ਕਿ ਅਗਰ ਕਿਸੇ ਨੇ ਕਾਰ ਚੋਰੀ ਕੀਤੀ ਤੁਸੀਂ ਉਹਨੂੰ ਹੈਂਗ ਕਰਤਾ, ਨਹੀਂ, ਤੁਸੀਂ ਉਹਨੂੰ ਰਿਫਾਰਮ ਕਰਨ ਦਾ ਚਾਂਸ ਤੇ ਦਿਓ। ਕਾਲਜਾਂ ਨੂੰ ਤਾਂ ਕੋਈ ਕੁਝ ਨਹੀਂ ਕਿਹਾ, ਐਬਸੋਲੂਟਲੀ ਸਿੰਪਲੀ ਗਵਰਨਮੈਂਟ ਨੇ ਆਪਣੇ ਜਿਹੜਾ ਸਟੱਡੀ ਪਰਮਿਟ ਹੈ ਜੀ ਫੋਰਨ ਸਟੂਡੈਂਟਸ ਵਾਸਤੇ ਰਾਈਟ ਉਹਦੇ 'ਚ ਚੇਂਜਸ ਕੀਤੀਆਂ ਨੇ। ਸਰ ਬੈਨ ਕੀਤਾ ਹੈ, ਚੇਂਜਸ ਨਹੀਂ ਹੈ। ਬੈਨ ਐਂਡ ਰਿਫਾਰਮ ਆਰ ਨਹੀਂ ਬੈਨ ਨਹੀਂ ਕੀਤਾ, ਉਹਦੇ ਨੰਬਰ ਕੀਤੇ ਨੇ, ਪਰ ਜਿਹੜੇ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਨੇ ਕਿਉਂਕਿ ਉਹ ਅਬਿਊਜ਼ ਹੋਏ ਨੇ ਰੱਜ ਕੇ। लेकिन सर दिस इज़ ए वेरी बिग असम्पशन टू मेक। आई एम दी पार्ट ऑफ दिस सिस्टम। जब मैं अपनी हर क्लास रोज़ 40 ਦੇ 40 ਐਡਮਿਸ਼ਨਸ ਦੇਖ ਰਿਹਾ, ਜਦ ਮੈਂ ਬੱਚਿਆਂ ਨੂੰ ਦੇਖ ਰਿਹਾ ਜਿਹੜੇ ਬੱਚੇ ਬੈਂਕਿੰਗ ਐਡਵਾਈਜ਼ਰ ਲਈ ਤਿਆਰ ਹੋ ਰਹੇ ਨੇ, ਜਿਹੜੇ ਬੈਂਕਸ ਜੁਆਇਨ ਕਰ ਰਹੇ ਨੇ, ਹੂ ਆਰ ਗੋਇੰਗ, ਹਾਊ ਕੈਨ ਯੂ ਡਿਨਾਈ ਦਿਸ? ਯੂਰ ਕੈਨੇਡੀਅਨ ਇਕੋਨਮੀ ਇਜ਼ 60% ਸਰਵਿਸ ਬੇਸਡ। ਹਰ ਦੂਜਾ ਬੰਦਾ ਤੁਸੀਂ ਕਾਰਪੈਂਟਰ ਬਣਾ ਦੋਗੇ ਤੇ ਫਿਰ ਤੁਸੀਂ ਉਧਰ ਅਨਐਮਪਲੋਇਮੈਂਟ ਕ੍ਰੀਏਟ ਕਰ ਦੋਗੇ। ਐਂਡ ਥੀਸ ਆਰ ਪਬਲਿਕ ਕਾਲਜਸ ਮਾਈਂਡ ਯੂ। ਵੀਡੀਓ ਔਨ ਹੋ ਜਾਂਦਾ ਸੀ, YouTube ਤੇ ਵੀਡੀਓ ਚੱਲ ਰਿਹਾ ਐਂਡ देयर इज नो इंस्ट्रक्टर। ਮੈਂ ਨਹੀਂ ਕਹਿ ਰਿਹਾ ਪਬਲਿਕ ਕਾਲਜ ਬਹੁਤ ਚੰਗੇ ਨੇ, ਹਾਂਜੀ, ਮੈਂ ਤਾਂ ਇਹ ਕਹਿ ਰਿਹਾ ਕਿ ਜਿਹੜਾ ਪਿਛਲੇ ਟਾਈਮ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਸਟੱਡੀ ਪ੍ਰੋਗਰਾਮ ਹੈ ਰਾਈਟ, ਇਹ ਰੱਜ ਕੇ ਅਬਿਊਜ਼ ਕੀਤਾ ਸਾਰਿਆਂ ਨੇ। 100% ਕੀਤਾ ਸਰ, ਪਬਲਿਕ ਨੇ ਵੀ ਕੀਤਾ, ਹਾਂਜੀ ਪ੍ਰਾਈਵੇਟ ਨੇ ਵੀ ਬਿਲਕੁਲ ਕੀਤਾ ਜਿੰਨੀ ਇਹਨਾਂ ਕਾਲਜਸ ਦੀ ਫੀਸ ਹੈ ਜੀ ਉਹਦੇ ਬਦਲੇ 'ਚ ਜੀ ਜੋ ਇਹ ਸਟੂਡੈਂਟਸ ਨੂੰ ਆਫਰ ਕਰ ਰਹੇ ਸੀ ਰਾਈਟ ਸਟੱਡੀ, ਰਾਈਟ ਤੁਹਾਡੇ ਹਿਸਾਬ ਨਾਲ ਉਹ ਫੇਅਰ ਸੀ? ਕਿ ਇਹ ਬੰਦ ਹੋ ਰਹੇ ਨੇ ਤੇ ਇਹਦਾ ਮਤਲਬ ਹੈ ਇਹਨਾਂ ਨੇ ਆਪਣਾ ਲੋਕਲ ਸਟੂਡੈਂਟ ਨੂੰ ਐਜੂਕੇਸ਼ਨ ਦੇਣ ਦਾ ਕੋਈ ਵੀ ਪਲਾਨ ਨਹੀਂ ਸੀ ਇਹਨਾਂ ਦਾ। ਇਹਨਾਂ ਨੇ 100% ਫੋਰਨ ਸਟੂਡੈਂਟ ਤੇ ਬੇਸਡ ਇਹ ਮਾਡਲ ਡਿਵੈਲਪ ਕੀਤਾ। ਸਰ ਲੋਕਲ ਸਟੂਡੈਂਟ ਨੂੰ ਓਪਨ ਇਨਵੀਟੇਸ਼ਨ ਸੀ, ਬਟ ਲੋਕਲ ਸਟੂਡੈਂਟ ਕਿਉਂ ਨਹੀਂ ਆ ਰਿਹਾ, ਦੈਟ ਇਜ਼ ਅ ਡਿਫਰੈਂਟ ਥਿੰਗ। ਉਹ ਕਿਉਂ ਨਹੀਂ? ਤੁਹਾਡਾ ਕੀ ਖਿਆਲ ਹੈ ਕਿਉਂ ਨਹੀਂ ਸੀ ਜਾ ਰਿਹਾ? ਸਰ ਬਹੁਤ ਸਾਰੇ ਰੀਜ਼ਨਸ ਨੇ। ਜਿਹੜਾ ਬੱਚਾ ਇੱਧਰ ਦਾ ਬੌਰਨ ਐਂਡ ਬ੍ਰੌਟ ਅਪ ਹੈ, ਆਈ ਥਿੰਕ ਅਗਰ ਉਹਨੂੰ ਸਰਵਾਈਵਲ ਜੌਬ ਚਾਹੀਦੀ ਹੈ ਤਾਂ ਉਹਨੂੰ ਹਾਇਰ ਐਜੂਕੇਸ਼ਨ ਦੀ ਜ਼ਰੂਰਤ ਹੀ ਨਹੀਂ ਹੈ। ਗੁੱਡ ਮਾਰਨਿੰਗ ਟੋਰਾਂਟੋ, ਤੁਸੀਂ ਸੁਣ ਰਹੇ ਹੋ ਜੀ 10:26 ਹੋ ਗਏ ਨੇ ਤੇ ਜਦੋਂ ਫੈਡਰਲ ਗਵਰਨਮੈਂਟ ਨੇ ਕੈਪ ਲਾਈ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਸਟੱਡੀ ਪਰਮਿਟ ਹਰ ਸਾਲ ਇਸ਼ੂ ਕੀਤੇ ਜਾਂਦੇ ਨੇ, ਬਹੁਤ ਵੱਡਾ ਹੀ ਇਸ਼ੂ ਸੀ, ਬੜੀ ਲੰਬੇ ਸਮੇਂ ਤੋਂ ਚੱਲ ਰਿਹਾ ਤੇ ਇਹਦੇ ਨਾਲ ਬੜੇ ਵੱਡੀ ਗਿਣਤੀ 'ਚ ਜਿਹੜਾ ਕੈਨੇਡੀਅਨ ਅਲੱਗ-ਅਲੱਗ ਸੈਕਟਰ ਦੇ ਕੈਨੇਡੀਅਨਸ ਨੇ ਉਹਨਾਂ ਨੇ ਰਾਹਤ ਮਹਿਸੂਸ ਕੀਤੀ। ਈਵਨ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਵੀ ਇਹ ਮਹਿਸੂਸ ਕੀਤਾ ਕਿ ਇਹ ਜਿਹੜੀਆਂ ਚੇਂਜਸ ਨੇ ਉਹਨਾਂ ਦੀ ਲਾਈਫ ਨੂੰ ਥੋੜ੍ਹਾ ਸੁਖਾਲਾ ਕਰ ਸਕਦੀਆਂ। ਪਰ ਜਿਵੇਂ ਕਹਿੰਦੇ ਨੇ ਹਰ ਫੈਸਲੇ ਦੇ ਅਲੱਗ-ਅਲੱਗ ਪੱਖ ਹੁੰਦੇ ਨੇ ਅਤੇ ਇਹਦੇ 'ਚ ਇੱਕ ਦੂਸਰੀ ਸਾਈਡ ਇਹ ਹੈ ਕਿ ਜਿਹੜੇ ਇਹ ਕਾਲਜਸ ਨੇ ਜਾਂ ਕਾਲਜਸ ਦੇ ਨਾਲ ਕੰਮ ਕਰਨ ਵਾਲੇ ਜਿਹੜੇ ਇੰਸਟਰਕਟਰਸ ਨੇ, ਉਹਨਾਂ ਨੇ ਇਸ ਫੈਸਲੇ ਨੂੰ, ਉਹਨਾਂ ਦੀ ਜ਼ਿੰਦਗੀ ਨੂੰ ਇਸ ਫੈਸਲੇ ਨੇ ਇੱਕ ਡਿਫਰੈਂਟ ਤਰੀਕੇ ਨਾਲ ਅਫੈਕਟ ਕੀਤਾ ਅਤੇ ਉਸ ਪੱਖ ਨੂੰ ਵੀ ਅੱਜ ਅਸੀਂ ਜਾਣਨਾ ਹੈ, ਸੁਣਨਾ। ਅਤੇ ਸਾਡੇ ਨਾਲ ਹਰਮਿੰਦਰ ਸਿੰਘ ਨੇ ਜਿਹੜੇ ਕਿ ਇਸੇ ਤਰ੍ਹਾਂ ਦੇ ਜਿਹੜੇ ਇਹ ਕਾਲਜਸ ਨੇ ਉਹਨਾਂ ਨਾਲ ਇੰਸਟਰਕਟਰ ਦੇ ਤੌਰ 'ਤੇ ਕੰਮ ਕਰਦੇ ਰਹੇ ਨੇ ਅਤੇ ਇਹਨਾਂ ਚੇਂਜਸ ਨੇ ਇਸ ਸੈਗਮੈਂਟ ਦੀ ਲਾਈਫ 'ਤੇ ਕੀ ਅਸਰ ਪਾਇਆ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਅਤੇ ਹਰਮਿੰਦਰ ਜੀ ਬਹੁਤ ਬਹੁਤ ਤੁਹਾਡਾ ਸਵਾਗਤ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਸਰ, ਗੁੱਡ ਮਾਰਨਿੰਗ ਐਂਡ ਗੁੱਡ ਮਾਰਨਿੰਗ ਟੂ ਆਲ ਦੀ ਲਿਸਨਰਸ ਐਂਡ ਥੈਂਕ ਯੂ ਸੋ ਵੈਰੀ ਮਚ ਫॉर ਹੈਵਿੰਗ ਮੀ ਹੀਅਰ। ਵੈਸੇ ਉਂਝ ਕੋਈ ਅੰਦਾਜ਼ਾ ਹੈ ਕਿ ਟੋਟਲ ਕਿੰਨੇ ਕੁ ਹੋਣਗੇ ਇੰਸਟਰਕਟਰ ਜਿਹੜੇ ਇਸ ਤਰ੍ਹਾਂ ਦੇ ਕਾਲਜਸ ਨਾਲ ਕੰਮ ਕਰਦੇ ਨੇ ਅਤੇ ਜਿਹੜੇ ਅਫੈਕਟਡ ਹੋਣਗੇ ਇਸ ਫੈਸਲੇ ਨਾਲ? ਸਰ ਬੋਲਪਾਰਕ ਫਿਗਰ ਲਿੱਤੀ ਜਾ ਸਕਦੀ ਹੈ। ਆਈਲ ਅਜ਼ਿਊਮ ਦੈਟ ਦੀਜ਼ ਆਰ ਬਿਗ ਇੰਸਟੀਟਿਊਸ਼ਨਸ, ਇਹ ਵੱਡੇ ਇੰਸਟੀਟਿਊਸ਼ਨਸ ਨੇ, ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ, ਬਟ coming at an exact number is not possible right now. But ਮੈਨੂੰ ਇੰਨਾ ਜ਼ਰੂਰ ਸ਼ੋਰ ਹੈ ਆਪਾਂ ਇਹਦਾ ਅੰਦਾਜ਼ਾ ਲਾ ਸਕਦੇ ਵੀ ਇੱਕ ਕਾਲਜ ਕਿੰਨੇ ਹੁੰਦੇ ਆ? On an average 40 to 50 people, easily 40 to 50 instructors. ਤੇ ਟੋਟਲ ਕਾਲਜਸ ਦਾ ਨੰਬਰ ਤੇ 14 such institutions are being impacted, 12 to 14, so 700 just Ontario 'ਚ? ਹਾਂਜੀ, ਸਿਰਫ Ontario। ਹਾਂ, ਬਾਕੀ but these 800 are then tied up। ਇਹ ਪੂਰਾ ਸਿਸਟਮ ਇੰਪੈਕਟ ਹੋਏਗਾ, ਐਡਮਿਨਿਸਟ੍ਰੇਸ਼ਨ ਇੰਪੈਕਟ ਹੋਏਗਾ, ਐਂਸੀਲਰੀ ਬਿਜ਼ਨਸਿਸ ਇੰਪੈਕਟ ਹੋਣਗੇ। ਸੋ ਇਟ ਇਜ਼ ਗੋਇੰਗ ਟੂ ਇੰਪੈਕਟ ਦੀ ਐਂਟਾਇਰ ਇਕਨੋਮਿਕ ਸਿਸਟਮ। ਦਿਸ ਇਜ਼ ਏ ਮੈਕਰੋ ਡਿਸੀਜਨ। ਮੈਕਰੋ ਇਕਨੋਮਿਕਸ ਕੋਈ ਵੀ ਡਿਸੀਜਨ ਜਦ ਲਿਆ ਜਾਏਗਾ ਉਹਦਾ ਇੰਪੈਕਟ ਇਜ਼ ਨਾਟ ਸਡਨ। ਬਾਈ ਦੀ ਟਾਈਮ 2 years ਆਰ ਓਵਰ, ਦੀ ਇੰਪੈਕਟ ਵੁੱਡ ਹੈਵ ਜਸਟ ਸਟਾਰਟਡ। ਕਿਉਂਕਿ ਇਹ ਡਿਸਪਲੇਸਮੈਂਟ ਇਫੈਕਟ ਲਿਆਏਗਾ। ਡਿਸਪਲੇਸਮੈਂਟ ਇਫੈਕਟ ਕਿਉਂ ਲਾਏਗਾ? ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ, ਕੁਝ ਸੈਕਟਰਸ ਨੂੰ ਜਾਂ ਸਟੂਡੈਂਟਸ ਨੂੰ ਲੱਗਿਆ ਦੈਟ ਦੇਅਰ ਵੁੱਡ ਬੀ ਰਿਲੀਫ ਇਨ ਟਰਮਸ ਆਫ ਜੌਬ। ਆਈ ਅਗਰੀ, ਬਟ ਇੱਕ ਹਾਈਂਡਸਾਈਟ ਸਾਨੂੰ ਇਹ ਵੀ ਦੇਖਣਾ ਹੈ ਕਿ ਪੀਪਲ ਹੂ ਆਰ ਗੈਟਿੰਗ ਇੰਪੈਕਟਡ ਬਾਈ ਦਿਸ, they would start coming to those sectors, competing for those jobs. Now the competition is between someone who is a fresher and someone who is coming with a 15 years experience. So this is going to be the domino effect of this decision. So what we are saying is, what we are saying as a fraternity is to the government, can it be re-looked into? ਅਸੀਂ ਇਹਦਾ ਇੰਪੈਕਟ ਦੇ ਸਕਦੇ ਹਾਂ, although surest form of failure is to please everyone. Government ਹਰ ਕਿਸੇ ਨੂੰ please ਨਹੀਂ ਕਰ ਸਕਦੀ. I know it's a decision for a larger good. ਲੇਕਿਨ as a stakeholder of this community,
ਮੈਨੂੰ ਵੀ ਤਾਂ ਇਹ ਪਤਾ ਹੋਣਾ ਚਾਹੀਦਾ what's the way out, and are we not providing quality education? Yes we are we focusing on entrepreneurship? Yes we are. Government ਨੂੰ ਇਹ ਚਾਹੀਦਾ ਹੈ they should tighten the norms. ਤੁਸੀਂ scrutiny ਵਧਾਓ, ਤੁਸੀਂ colleges ਦਾ audit ਵਧਾਓ, you set up benchmarks and then you reprimand the colleges if they are not fulfilling those benchmarks. ਸੇਮ ਚੀਜ਼ ਹੀ ਹੋਈ ਹੈ ਨਾ, ਹੁਣ ਰੂਲ ਹੀ ਚੇਂਜ ਕੀਤੇ ਗਏ ਨੇ ਸਰ ਰੂਲ ਚੇਂਜ ਕਰਨਾ ਔਰ standards ਅਬਿਊਜ਼ ਹੋ ਰਿਹਾ ਸੀ, ਅਬਿਊਜ਼ ਨੂੰ ਰੋਕਣ ਲਈ ਤੇ this is a punishment. This is as good as ਕਿ ਤੁਸੀਂ I'm sorry I'm making an analogy ਕਿ ਅਗਰ ਕਿਸੇ ਨੇ ਕਾਰ ਚੋਰੀ ਕੀਤੀ ਤੁਸੀਂ ਉਹਨੂੰ ਹੈਂਗ ਕਰਤਾ, ਨਹੀਂ ਤੁਸੀਂ ਉਹਨੂੰ ਰਿਫਾਰਮ ਕਰਨ ਦਾ ਚਾਂਸ ਤੇ ਦਿਓ. Let us reform, give us a plan B ਕਿ ਅਗਰ ਅਸੀਂ ਇਹ ਡਰਾਸਟਿਕ ਮੇਜਰ ਨਹੀਂ ਲੈਂਦੇ and we are expecting quality. ਕੁਝ ਇਸ ਤਰ੍ਹਾਂ ਦੇ ਬੱਚੇ ਵੀ ਨੇ ਜੋ ਐਂਟਰਪ੍ਰੈਨਿਓਰਸ ਨੇ ਜਿਨ੍ਹਾਂ ਨੇ ਅੱਗੇ ਬਿਜ਼ਨਸ ਸਟਾਰਟ ਕਰਕੇ 10 ਲੋਕਾਂ ਨੂੰ ਹੋਰ ਐਮਪਲੋਇਮੈਂਟ ਦਿੱਤੀ ਹੈ. ਸੋ ਵਾਈ ਆਰ ਵੀ ਵਰੀਡ ਅਬਾਊਟ ਕਿ ਕੁਆਲਿਟੀ ਖਰਾਬ ਹੋ ਰਹੀ ਹੈ, ਕੁਆਲਿਟੀ ਇੰਪਰੂਵ ਵੀ ਤੇ ਹੋ ਰਹੀ ਹੈ. ਵੇਅਰ ਇਜ਼ ਦੀ ਇੰਡਸਟਰੀ ਇੰਸਟੀਟਿਊਟ ਇੰਟਰਫੇਸ? ਆਈ ਹੈਵਨਟ ਹਰਡ ਐਨੀ ਐਜੂਕੇਸ਼ਨ ਮਿਨਿਸਟਰ ਐਂਡ ਆਈ ਹੈਵ ਬੀਨ ਫੋਲੋਇੰਗ. ਚੇਂਜ ਕੀ ਆਈ? ਕਾਲਜ ਥੋੜਾ ਬੰਦ ਕੀਤੇ ਗਵਰਨਮੈਂਟ ਨੇ? ਹਾਂਜੀ, ਕਾਲਜਾਂ ਨੂੰ ਤਾਂ ਕੋਈ ਕੁਝ ਨਹੀਂ ਕਿਹਾ. ਐਬਸੋਲਿਊਟਲੀ ਸਿੰਪਲੀ ਗਵਰਨਮੈਂਟ ਨੇ ਆਪਣੀ ਜਿਹੜਾ ਸਟੱਡੀ ਪਰਮਿਟ ਹੈ ਜੀ ਫੋਰਨ ਸਟੂਡੈਂਟਸ ਵਾਸਤੇ, ਰਾਈਟ, ਉਹਦੇ ਚ ਚੇਂਜਸ ਕੀਤੀਆਂ ਨੇ. ਸਰ ਬੈਨ ਕੀਤਾ ਹੈ, ਚੇਂਜਸ ਨਹੀਂ ਹੈ. ਮਤਲਬ ਬੈਨ ਕਰਤਾ ਹੋ? ਹਾਂ, ਬੈਨ ਐਂਡ ਰਿਫਾਰਮ ਆਰ ਨਹੀਂ, ਬੈਨ ਨਹੀਂ ਕੀਤਾ, ਉਹਦੇ ਨੰਬਰ ਕੀਤੇ ਨੇ. ਪਰ ਜਿਹੜੇ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਨੇ, ਕਿਉਂਕਿ ਉਹ ਅਬਿਊਜ਼ ਹੋਏ ਨੇ ਰੱਜ ਕੇ. ਰਾਈਟ, ਰੱਜ ਕਿੱਦਾਂ ਅਬਿਊਜ਼ ਹੋਏ ਨੇ ਕਿ ਕਾਲਜ ਤੁਹਾਡਾ ਕਿਤੇ ਨਾਰਥ ਚ ਖੁੱਲਿਆ, ਐਬਸੋਲਿਊਟਲੀ, ਉਹਦਾ ਤੁਸੀਂ ਇੱਥੇ ਇੱਕ ਫੇਕ ਕੈਂਪਸ ਖੋਲ ਲਿਆ, ਰਾਈਟ, ਉਹਦੇ ਚ ਤੁਸੀਂ ਮਤਲਬ ਜਿਹੜਾ ਐਡਮਿਸ਼ਨ ਦਿੱਤੀ, ਉਹ ਲੋਕ ਆ ਰਹੇ ਨੇ ਜ਼ਿਆਦਾ ਜਿਨ੍ਹਾਂ ਦਾ ਮੇਨ ਗੋਲ ਹੀ ਸਟੱਡੀ ਨਹੀਂ ਹੈ, ਵਰਕ ਪਰਮਿਟ ਹੈ. लेकिन सर दिस इज़ ए वेरी बिग असम्पशन टू मेक. आई एम दी पार्ट ऑफ दिस सिस्टम. जब मैं अपनी हर क्लास रोज 40 ਦੇ 40 ਐਡਮਿਸ਼ਨਸ ਦੇਖ ਰਿਹਾ, ਜਦ ਮੈਂ ਬੱਚਿਆਂ ਨੂੰ ਦੇਖ ਰਿਹਾ ਜਿਹੜੇ ਬੱਚੇ ਬੈਂਕਿੰਗ ਐਡਵਾਈਜ਼ਰ ਲਈ ਤਿਆਰ ਹੋ ਰਹੇ ਨੇ, ਜਿਹੜੇ ਬੈਂਕਸ ਜੁਆਇਨ ਕਰ ਰਹੇ ਨੇ, who are going, how can you deny this? See, you started this discussion that every decision would have a pros and cons. ਜਦ ਤੁਸੀਂ ਇਨਵਾਈਟ ਕੀਤਾ, you knew it pretty well ਕਿ there would be some repercussions. Now those repercussions have gone public. Rather than applying a blanket approach ਕਿ ਤੁਸੀਂ ਉਹਨੂੰ ਛੁਪਾ ਦਿਓ, ਛੁਪਾਣਾ ਨਹੀਂ ਹੈ. We have to solve that problem. ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ? Sir, scrutiny ਵਧਣੀ ਚਾਹੀਦੀ ਹੈ. Okay. Scrutiny in the sense, you should be, I am with an institution where we are preparing for an audit, ਜੋ government bodies ਕਰਦੀ ਨੇ, and it is a rigorous audit. So increase the standards of that audit. ਤੁਸੀਂ instructors ਨੂੰ accountable ਕਰੋ, ask them to get upgraded every now and then. ਉਹਨਾਂ ਦਾ industry ਨਾਲ interface ਵਧਾਓ. Ask every college that your curriculum should have industry interaction. Make the students employable. Student employable ਕਿਸ ਤਰ੍ਹਾਂ ਹੋਏਗਾ ਜਦ ਤੱਕ ਇੰਡਸਟਰੀ ਆ ਕੇ ਉਹਨੂੰ ਨਹੀਂ ਦੱਸੇਗੀ. ਇਹ ਜਿਹੜੇ ਮੇਰੇ ਖਿਆਲ ਇਹ ਇੱਕ ਕਿਸਮ ਦੀ ਸਟੱਡੀ ਤੋਂ ਬਾਅਦ ਹੀ ਸ਼ਾਇਦ ਫੈਸਲਾ ਹੋਇਆ ਹੋਏਗਾ. ਇਹ ਜਿਹੜੇ ਕਾਲਜਸ ਨੇ ਜਿਹਨਾਂ ਤੁਸੀਂ ਐਗਜ਼ਾਮਪਲ ਦੇ ਰਹੇ ਹੋ, ਰਾਈਟ, ਇਹਨਾਂ 'ਚ ਕਿੰਨੇ % ਐਵਰੇਜ ਇੰਟਰਨੈਸ਼ਨਲ ਸਟੂਡੈਂਟ ਹੁੰਦੇ? ਸਰ ਆਲਮੋਸਟ ਸਾਰਾ ਹੀ ਇੰਟਰਨੈਸ਼ਨਲ ਸਟੂਡੈਂਟ ਹੁੰਦਾ ਹੈ. ਆਲਮੋਸਟ ਇਟਸ ਨਾਟ. ਤੁਹਾਨੂੰ ਲੱਗਦਾ ਇਹ ਜਸਟੀਫਾਈਡ ਹੈ ਇਹ ਜਿਹੜਾ ਮਾਡਲ ਹੈ ਇਸ ਹਿਸਾਬ ਨਾਲ? ਸਰ 100% international student may not be justified, but that's where we are saying put a cap. ਤੁਸੀਂ ਇਹ ਕਹਿ ਦਿਓ ਕਿ number of admissions ਇਸ ਤੋਂ ਜ਼ਿਆਦਾ ਨਹੀਂ ਹੋ ਸਕਦੇ, ਲੇਕਿਨ rather than making the classrooms empty, give a decent number and try whether it is showing an improvement. So it can be done in tranches. ਤੁਸੀਂ 1 year 10% ਦਾ target ਲਓ, assess the situation, is it making any difference or not? If yes, then revise it. Lekin 35% overall in Ontario means 50%. And that too with triple P not eligible for PGWP. For triple P it means 100. And I am telling you, sir, for every campus that you hear ki jada fake kam kar rahe ne, there are campuses who are putting heart and soul. Mere bachche ਕਿੰਨੇ ਜਿਹੜੇ ਇਹ ਕਾਲਜਸ ਨੇ ਨਾ ਐਵਰੇਜ ਕਿੰਨੇ ਦਿਨ ਦੀ ਕਲਾਸ ਹੁੰਦੀ ਹੈ? ਸਰ 14 weeks 42 ਜੋ ਪੂਰਾ ਟੈਨਿਓਰ ਹੈ 3 years. ਪਰ ਇੱਕ ਗਰੁੱਪ ਵਾਸਤੇ ਮੈਂ ਕਹਿ ਰਿਹਾ, ਇੱਕ ਪ੍ਰੋਗਰਾਮ ਵਾਸਤੇ, ਹਾਂਜੀ, ਉਹ ਕਿੰਨੇ ਦਿਨ ਕਲਾਸ ਜਾਂਦੇ ਨੇ? that's what I'm saying. ਇੱਕ semester ਦੇ ਅੰਦਰ 14 weeks ਹੁੰਦੇ ਨੇ. 14 3s 42 ਜਿਹੜਾ ਪੂਰਾ ਜੋ ਪਬਲਿਕ ਕਾਲਜ ਫੋਲੋ ਕਰ ਰਿਹਾ ਉਹੀ ਅਸੀਂ ਫੋਲੋ ਕਰ ਰਹੇ ਹਾਂ. ਐਂਡ higher education was never only about education, sir. Higher education is about how you make international students, or for that matter any student, employable. ਹੁਣ ਇਹ ਸਕਿੱਲ ਦੀ ਗੱਲ ਕਰ ਰਹੇ ਨੇ, ਹੈਲਥ ਕੇਅਰ ਦੀ ਗੱਲ ਕਰ ਰਹੇ ਨੇ. your Canadian economy is 60% service based. ਹਰ ਦੂਜਾ ਬੰਦਾ ਤੁਸੀਂ ਕਾਰਪੈਂਟਰ ਬਣਾ ਦੋਗੇ ਤੇ ਫਿਰ ਤੁਸੀਂ ਉਧਰ ਅਨਐਮਪਲੋਇਮੈਂਟ ਕ੍ਰੀਏਟ ਕਰ ਦੋਗੇ. 60% of the economy is service based. Your economy is running on OKs and thank yous, right? So ਤੁਸੀਂ employability ਦੀ ਗੱਲ ਕਰੋ, ਇੰਟੀਗ੍ਰੇਟ ਕਰੋ ਕਰਿਕੂਲਮ ਨੂੰ. ਮੈਂ ਆਪਣੇ ਬੱਚਿਆਂ ਨੂੰ IFIC ਇੱਕ ਐਗਜ਼ਾਮ ਹੁੰਦਾ ਹੈ ਜਿਹੜਾ ਬੈਂਕ ਬ੍ਰਾਂਚ ਦੇ ਅੰਦਰ ਜਾਣ ਵਾਸਤੇ ਮੈਂਡੇਟ ਹੈ. ਐਵਰੀ ਬੈਂਕ ਵਾਂਟਸ ਦੈਟ ਐਜ਼ ਅ ਮੈਂਡੇਟ. ਮੇਰੇ ਕਿੰਨੇ ਬੱਚੇ ਨੇ, and like me, every other instructor who is coming from industry, we encourage our students to start preparing for it, and the result is that they are employable. ਤੁਸੀਂ ਤੇ ਬੜੇ ਸਿੰਸੀਅਰ ਜੈਨੂਇਨ ਇੰਸਟ੍ਰਕਟਰ ਹੋ. ਹਾਂਜੀ, ਤੁਸੀਂ ਆਪਣੇ ਵੱਲੋਂ ਪਰਸਨਲ ਲੈਵਲ ਤੇ ਪੂਰਾ ਐਫਰਟ ਪਾਉਂਦੇ ਹੋਗੇ, ਮੰਨ ਕੇ ਚੱਲਦਾ. ਰਾਈਟ, ਪਰ ਤੁਸੀਂ ਆਪਣੇ ਆਪ ਹੀ ਤੁਸੀਂ ਦੇਖਦੇ ਹੋ, ਤੁਸੀਂ ਉਹਦਾ ਪਾਰਟ ਹੋ. ਹਾਂਜੀ, ਜਿਹੜੇ ਸਾਰੇ ਦੇ ਸਾਰੇ ਇਹ ਚੱਲ ਰਹੇ ਸੀ ਕੈਂਪਸ ਜੀ,
ਇਹ ਤੁਹਾਡੇ ਜਿੰਨੇ ਹੀ ਮਤਲਬ ਕਮਿਟਡ ਸੀਗੇ ਸਾਰੇ ਉੱਥੇ? Sir, now this is a very tricky question. ਕੋਈ ਵੀ ਇੰਡਸਟਰੀ 'ਚ ਕੋਈ ਵੀ ਪਾਰਟਿਸਿਪੈਂਟ ਜਿਹੜਾ ਐਂਥੂਜ਼ੀਆਜ਼ਮ ਹੋਏਗਾ ਨਾ ਉਹਦਾ ਉਹ ਇੱਕੋ ਜਿਹਾ ਨਹੀਂ ਹੋਏਗਾ. ਦੈਟਸ ਵਾਈ ਵੀ ਟੇਕ ਦੀ ਐਵਰੇਜ. ਮੈਂ ਤੁਹਾਨੂੰ ਵਿਦਾਊਟ ਟੈਲਿੰਗ ਦੀ ਨੇਮ ਮੈਂ ਤੁਹਾਨੂੰ ਪਬਲਿਕ ਕਾਲਜਸ ਦੱਸ ਸਕਣਾ ਜਿੱਧਰ ਐਂਡ ਥੀਸ ਮੇ ਬੀ ਕੇਸਿਸ ਇਨ ਆਈਸੋਲੇਸ਼ਨਸ ਜਿੱਧਰ ਮੇਰੇ ਬੱਚੇ ਮੈਨੂੰ ਦੱਸਦੇ ਨੇ ਦੈਟ ਐਂਡ ਥੀਸ ਆਰ ਪਬਲਿਕ ਕਾਲਜਸ ਮਾਈਂਡ ਯੂ. ਵੀਡੀਓ ਔਨ ਹੋ ਜਾਂਦਾ ਸੀ, YouTube ਤੇ ਵੀਡੀਓ ਚੱਲ ਰਿਹਾ ਐਂਡ ਦੇयर इज नो ਇੰਸਟ੍ਰਕਟਰ. ਮੈਂ ਨਹੀਂ ਕਹਿ ਰਿਹਾ ਪਬਲਿਕ ਕਾਲਜ ਬਹੁਤ ਚੰਗੇ ਨੇ, ਹਾਂਜੀ, ਮੈਂ ਤਾਂ ਇਹ ਕਹਿ ਰਿਹਾ ਕਿ ਜਿਹੜਾ ਪਿਛਲੇ ਟਾਈਮ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਸਟੱਡੀ ਪ੍ਰੋਗਰਾਮ ਹੈ, ਰਾਈਟ, ਇਹ ਰੱਜ ਕੇ ਅਬਿਊਜ਼ ਕੀਤਾ ਸਾਰਿਆਂ ਨੇ. 100% ਕੀਤਾ ਸਰ. ਪਬਲਿਕ ਨੇ ਵੀ ਕੀਤਾ, ਹਾਂਜੀ, ਪ੍ਰਾਈਵੇਟ ਨੇ ਵੀ ਬਿਲਕੁਲ ਕੀਤਾ. ਇਹ ਪ੍ਰਾਈਵੇਟ ਪਬਲਿਕ ਵਾਲਾ ਵੀ ਤਾਂ ਪਬਲਿਕ ਦੀ ਪਾਰਟੀ ਉਹਦੇ 100%. ਅਦਰਵਾਈਜ਼ ਉਹਨਾਂ ਦੀ ਸ਼ਾਇਦ ਤੇ ਸੀ. ਲੇਕਿਨ ਮੇਰਾ ਪੁਆਇੰਟ ਇਹ ਹੈ ਔਰ ਮੇਰੇ ਵਰਗੇ ਬਹੁਤ ਲੋਕਾਂ ਦਾ ਪੁਆਇੰਟ ਇਹ ਹੈ ਕਿ ਰਿਫਾਰਮ ਚਾਹੀਦਾ. ਯੂ ਕੈਨ ਨਾਟ ਜਸਟ ਸਰ ਅਗਰ ਮੇਰੀ ਉਂਗਲੀ 'ਚ ਇਨਫੈਕਸ਼ਨ ਹੈ ਤਾਂ ਮੈਂ ਹੱਥ ਨਹੀਂ ਕਟਾਂਗਾ, ਮੈਂ ਪਹਿਲੇ ਉਂਗਲੀ ਨੂੰ ਐਡਰੈਸ ਕਰਾਂਗਾ. ਐਂਡ to be very honest, the trend here right now is, without naming any government official, the trend here is we are letting a mole become a mountain and then we are coming into action. ਪਹਿਲਾਂ ਇੱਕ ਪ੍ਰੋਬਲਮ ਕ੍ਰੀਏਟ ਹੋਣ ਦਿੱਤੀ, ਉਹਨੂੰ ਇਨਫਲੇਟ ਹੋਣ ਦਿੱਤਾ. ਉਹਦੇ ਨਾਲ ਹੁਣ ਕਈ ਲੋਕ ਸਰ ਮੈਂ ਮਾਰਗੇਜ ਇੰਡਸਟਰੀ ਦਾ ਪਾਰਟ ਹੈਗਾ, ਆਈ ਐਮ ਲਾਇਸੈਂਸ ਮਾਰਗੇਜ ਐਡਵਾਈਜ਼ਰ. HSBC ਦੀ ਰਿਪੋਰਟ ਦੇਖੋ ਤੁਸੀਂ. ਆਈ ਐਮ ਜਸਟ ਕ੍ਰੀਏਟਿੰਗ ਐਨ ਐਨਾਲੋਜੀ. 3 ਲੱਖ ਬੰਦੇ ਦੀ ਇਨਕਮ ਹੈ ਔਰ ਗਵਰਨਮੈਂਟ ਤੋਂ ਪੂਰੇ ਬੈਨੀਫਿਟ ਦੇ ਰਿਹਾ ਹੈ, ਲੈ ਰਿਹਾ. ਕੈਨ ਯੂ ਸੀ ਦੀ ਕੰਟਰਾਡਿਕਸ਼ਨ? ਲੇਕਿਨ ਇਟ ਇਜ਼ ਬੀਇੰਗ ਹਸ਼ ਹਸ਼. ਸਮਝ ਰਹੇ ਤੁਹਾਡੀ ਗੱਲ. ਅਸੀਂ ਰਿਕੁਐਸਟ ਕਰ ਰਹੇ ਹਾਂ, please reform this industry because this is the backbone of your economy. Education. You are creating people who would be representatives of your economy as you go forward. You need people, you cannot deny that. So don't just say we need carpenters and healthcare. We need people in every sector, and give us a chance to breathe and give us a chance to improve. We will improve. ਮੈਂ ਥੋੜੀ ਜਿਹੀ ਐਗਜ਼ਾਮਪਲ ਦਵਾਂ ਤੁਹਾਨੂੰ, ਤੁਸੀਂ ਮਾਈਂਡ ਤਾਂ ਨਹੀਂ ਕਰੋਗੇ? ਨਹੀਂ, ਬਿਲਕੁਲ ਨਹੀਂ ਕਰਾਂਗਾ ਜੀ. ਲੱਖਾਂ ਲੋਕ, ਹਾਂਜੀ, ਹਜ਼ਾਰਾਂ ਲੋਕ ਡਰੱਗ ਬਿਜ਼ਨਸ ਨਾਲ ਜੁੜੇ ਹੋਏ ਨੇ, ਉਹਨਾਂ ਦਾ ਗੁਜ਼ਾਰਾ ਹੁਣ ਉਹਦੇ ਨਾਲ ਹੋਣ ਲੱਗ ਗਿਆ. ਰਾਈਟ. ਤੇ ਹੋਰ ਬਹੁਤ ਸਾਰੇ ਗਲਤ ਕੰਮ ਨੇ ਜਿਨ੍ਹਾਂ ਦੇ ਉੱਤੇ ਹਜ਼ਾਰਾਂ ਲੱਖਾਂ ਲੋਕ ਡਿਪੈਂਡੈਂਟ ਹੋ ਗਏ, ਉਹਨਾਂ ਦਾ ਇਕਨੋਮੀ ਉਹਨਾਂ ਦੀ ਇਸ 'ਤੇ ਹੋ ਗਈ. ਬਿਲਕੁਲ ਠੀਕ. ਜਦੋਂ ਹੁਣ ਸਰਕਾਰ ਸਖਤੀ ਕਰੇ, ਜਿਵੇਂ ਕਿ ਅਸੀਂ ਕਹਿੰਦੇ ਹਾਂ ਸਖਤੀ ਕਰੇ, ਤਾਂ ਉਹਨਾਂ ਬਹੁਤ ਸਾਰਿਆਂ ਨੇ ਉਹਨਾਂ ਦੀਆਂ ਜੌਬ ਚਲੇ ਜਾਣੀਆਂ. ਰਾਈਟ. ਕੀ ਫਿਰ ਇਹ ਆਰਗੂਮੈਂਟ ਦਿੱਤੀ ਜਾ ਸਕਦੀ ਹੈ ਸਾਡਾ ਤਾਂ ਜੀ ਕੰਮ ਇਹਦੇ ਸਿਰ ਤੇ ਚੱਲਦਾ ਸੀ ਇੰਨੇ ਵੱਡੇ ਸੈਗਮੈਂਟ ਦਾ? ਵੰਡਰਫੁਲ. ਮੈਂ ਆਈ ਥੈਂਕ ਯੂ ਫॉर ਗਿਵਿੰਗ ਮੀ ਦਿਸ ਓਪਰਚੁਨਿਟੀ. ਮੈਂ ਤੁਹਾਨੂੰ ਇਹੀ ਗੱਲ ਦੱਸਣਾ ਚਾਹੁੰਦਾ, ਅਗਰ ਤੇ ਇਹ ਆਟੋਕ੍ਰੇਸੀ ਹੁੰਦੀ, ਤੁਸੀਂ ਹਰ ਕਿਸੇ ਨੂੰ ਚਾਂਸ ਦੇ ਰਹੇ ਹੋ ਦੂਜਾ. ਸਰ ਤੁਸੀਂ ਕਾਰ ਥੀਵਸ ਨੂੰ ਵੀ ਦੂਜਾ ਚਾਂਸ ਦੇ ਰਹੇ ਹੋ, ਤੁਸੀਂ ਰੀਅਲ ਏਸਟੇਟ ਜੋ ਫਰਾਡ ਹੋ ਰਿਹਾ ਉਹਨੂੰ ਵੀ ਦੂਜਾ ਚਾਂਸ ਦੇ ਰਹੇ ਹੋ. ਵਾਟ ਆਈ ਐਮ ਆਸਕਿੰਗ ਇਜ਼ ਏ ਰੀਥਾਟ ਆਫ ਦਿਸ ਡਿਸੀਜਨ. ਮੈਂ ਇਹ ਤੇ ਕਿਹਾ ਹੀ ਨਹੀਂ ਗਲਤ ਹੈ. ਮੇਰੀ ਜੌਬ ਜਾਏਗੀ, ਮੇਰੇ ਵਰਗੇ ਹੋਰ ਬਹੁਤ ਲੋਕਾਂ ਦੀ ਜੌਬ ਜਾਏਗੀ. ਇਟ ਇਜ਼ ਅੰਡਰਸਟੈਂਡੇਬਲ ਇਫ ਇਟ ਇਜ਼ ਫॉर ਅ ਗ੍ਰੇਟਰ ਕਾਜ਼, ਬਟ ਇਜ਼ ਦੇयर ਅ ਸਕੋਪ ਟੂ ਰਿਫਾਰਮ ਇਟ? Have you tried it? If yes, the numbers could have been different. We could have done a trial and error process. And ਜਿਸ ਤਰ੍ਹਾਂ ਤੁਸੀਂ example ਦਿੱਤਾ ਨਾ ਸਰ ਡਰੱਗਸ ਦਾ, ਬੈਲ ਨੇ ਵੀ ਇਹੀ decision ਲਿੱਤਾ ਹੈ to fire around 5,000 people. Bell Canada, a profit making organization. Mr. Trudeau is saying that this is a rubbish decision. Now, because the impact is imminent. लेकिन जो ad decision आया है, I would call it no less than a rubbish decision, because impact imminent नहीं है, but impact would be there, and this is going to consolidate the problems that are already there. We are sitting on the verge of mortgage market collapse. ਤੁਸੀਂ ਜਿੰਨਾ ਮਰਜ਼ੀ ਡਿਨਾਈ ਕਰ ਦੋ, ਜੋ 2007-9 ਚ US ਹੋਇਆ ਸੀ, we are on the verge of that. ਤੁਸੀਂ ਉਧਰ ਵੀ ਬੈਕ ਟਰੈਕ ਕਰੋਗੇ? ਬਿਲਕੁਲ ਕਰੋਗੇ. CRA ਨੇ ਪੈਸੇ ਵੰਡੇ, ਜਦ ਰਿਕਵਰੀ ਦਾ ਟਾਈਮ ਆਇਆ, CRA shook up their hands and said the cost of audit alone is going to be more than what we have distributed. Let's not recover the money. Backtrack ਹੋ ਗਏ. ਮੈਂ ਤੁਹਾਡੇ ਨਾਲ ਇਸ ਗੱਲ ਤੇ ਸਹਿਮਤ ਹਾਂ ਕਿ ਹੁਣ ਤਾਂ ਬੈਨ ਕੀਤਾ, ਹੁਣ ਤਾਂ ਇਹ ਹੁਣ ਰੈਪਰਕਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ. ਰਾਈਟ. ਇਹ ਪਹਿਲੇ ਦਿਨ ਤੋਂ ਅਲਾਉ ਹੀ ਨਹੀਂ ਸੀ ਕਰਨਾ ਚਾਹੀਦਾ, ਔਰ ਅਗਰ ਕਰਨਾ ਚਾਹੀਦਾ ਸੀ ਤੇ ਕਵਿਕਸ ਔਰ ਕੰਡੀਸ਼ਨਸ ਨਾਲ ਕਰਨਾ ਚਾਹੀਦਾ ਸੀ. ਗਵਰਨਮੈਂਟ ਦੀ ਫੇਲਿਅਰ ਇਸ ਗੱਲ 'ਚ ਹੈ ਕਿ ਉਹਨਾਂ ਨੇ ਪਹਿਲਾਂ, ਸਾਡੀ ਗਵਰਨਮੈਂਟ ਗਲਤੀ ਇਹ ਕਰਦੀ ਹੈ, ਪਹਿਲਾਂ ਕਿਸੇ ਪ੍ਰੋਬਲਮ ਨੂੰ ਸ਼ੁਰੂ ਹੋਣ ਦਿੰਦੀ ਹੈ ਤੇ ਉਹਨੂੰ ਚੰਗੀ ਤਰ੍ਹਾਂ ਫੈਲਣ ਦਿੰਦੀ, ਕੋਵਿਡ ਦੀ ਤਰ੍ਹਾਂ. ਐਗਜ਼ੈਕਟਲੀ. ਫਿਰ ਉਸ ਦਾ ਇਲਾਜ ਬਾਈ ਦੀ ਟਾਈਮ ਦੀ ਵਾਟਰ ਇਜ਼ ਅੰਡਰ ਦੀ ਬ੍ਰਿਜ. ਹੁਣ ਤੁਸੀਂ ਇਹ ਨਾ ਕਹੋ ਨਾ ਕਿ काला पानी दे देंगे तुम सबको, जाओ जो इस फील्ड में थे. ऐसे नहीं होता. आई एम ए सिटीजन ऑफ दिस कंट्री, आई केम एज ए PR, आई हैव एस्पिरेशंस. गिव मी ए चांस एंड पीपल लाइक मी ए चांस टू करना चाहिए. ਹੁਣ ਤੁਸੀਂ ਦੱਸੋ ਕੀ? ਸਰ ਮੈਂ ਤੇ ਇਹੀ ਕਹਾਂਗਾ 35% cap is okay, but PGWP ban ਨਹੀਂ ਹੋਣਾ ਚਾਹੀਦਾ. PPP partnership, add more restrictions, put the numbers, quota ਕਰ ਦੋ ਐਡਮਿਸ਼ਨ ਤਾਂ ਇਸ ਤੋਂ ਜ਼ਿਆਦਾ ਨਹੀਂ. ਰੂਲਸ ਲਾਗੂ ਕਰਤੇ ਨਾ, ਹਾਂਜੀ, ਫਿਰ ਵੀ ਇੱਕ ਸਿਸਟਮ ਬੰਦ ਹੋ ਜਾਣਾ, ਕਿਉਂਕਿ ਉੱਥੇ ਉਹ ਤਾਂ 100% ਚੱਲਦਾ ਹੀ ਇਹਦੇ ਸਿਰ ਤੇ ਆ. ਸਰ ਮੇਰਾ ਇਹ ਮੰਨਣਾ ਹੈ ਕਿ ਬੰਦ ਹੋਏ after conditions is a different thing, but right now this is a hasty decision.
desperate times call for desperate measures. These are desperate measures. Economies do not run like that. ਸਾਨੂੰ ਹਰ ਸੈਕਟਰ ਨੂੰ ਰਿਫਾਰਮ ਕਰਨਾ ਹੈ ਐਂਡ ਦੈਟ ਟੂ ਐਜੂਕੇਸ਼ਨ ਸੈਕਟਰ. ਜਿੱਧਰ ਸਖਤੀ ਹੋਣੀ ਚਾਹੀਦੀ ਉਧਰ ਸਖਤੀ ਨਹੀਂ ਹੈ, ਜਿੱਧਰ ਸਖਤੀ ਨਹੀਂ ਹੋਣੀ ਚਾਹੀਦੀ ਉਧਰ ਸਖਤੀ ਹੈ. ਦਿਸ ਇਜ਼ ਐਨ ਇੰਬੈਲੈਂਸਡ ਇਕੋਨਮੀ. ਤੁਸੀਂ ਕਿਸੇ ਵੀ ਇਕੋਨੋਮਿਸਟ ਨੂੰ ਪੜ੍ਹ ਲਓ, ਮਿਸਟਰ ਪੋਲੀਏਵ ਨੂੰ ਰੋਜ਼ ਤੁਸੀਂ ਸੁਣੋ, ਹੀ ਇਜ਼ ਪੁਆਇੰਟਿੰਗ ਆਊਟ ਦੀ ਫੈਕਟਸ. ਵੀ ਆਰ ਨਾਟ ਕਨਸਨਟ੍ਰੇਟਿੰਗ ਆਰ ਐਨਰਜੀਜ਼ ਪ੍ਰੋਪਰਲੀ. ਜੋ ਸੈਕਟਰ ਜ਼ਿਆਦਾ ਡਿਮਾਂਡ ਕਰ ਰਿਹਾ ਹੈ ਅਟੈਂਸ਼ਨ, ਉਸ ਨੂੰ ਅਟੈਂਸ਼ਨ ਨਹੀਂ ਦੇ ਰਹੇ, ਔਰ ਜਿਹੜੇ ਸੈਕਟਰ ਬਿਲਕੁਲ ਅਟੈਂਸ਼ਨ ਡਿਮਾਂਡ ਨਹੀਂ ਕਰ ਰਹੇ, ਅਸੀਂ ਉਹਨਾਂ ਨੂੰ I would not name, but they have a policy of inviting people from all over the world without any reason. इकोनॉमिक एक्टिविटी टेक प्लेस नहीं कर रही सर. बच्चा नहीं आएगा, बैंक्स लिक्विडिटी नहीं आएगी. कनेडियन बैंक्स आर ऑलरेडी बदनाम हैगे ने लैक ऑफ लिक्विडिटी वास्ते. आई एम ए पार्ट ऑफ बैंकिंग सिस्टम है, बैंक कम कीता है. हर बच्चा अपने नाल फंड्स लिया रहा है, फुटफॉल घट होएगा. जेडे प्लाजाज ने, जेडे स्टोर्स ने, लॉन्ग रन सब नू फर्क पएगा. एम्प्लॉयमेंट जनरेट होना तो बहुत दूर की गल है. जेडे एग्जिस्टिंग लोग ने, हर ऑर्गेनाइजेशन सर 1 2 3 4 5th बंदा है, 5th बंदा बाहर होना शुरू हो जाएगा. ਇਹ ਆਪਾਂ ਥੋੜਾ ਜਿਹਾ ਇਹਨੂੰ, ਗਵਰਨਮੈਂਟ ਨੇ ਬੈਨ ਕਿੱਥੇ ਕੀਤਾ ਸਟੂਡੈਂਟ ਵੀਜ਼ਾ ਪ੍ਰੋਗਰਾਮ? ਸਿਰਫ ਕੈਪ ਲਾਈ ਹੈ सर. कैप लाई है विद ए कैविएट कि पब्लिक प्राइवेट पार्टनरशिप वर्क परमिट नहीं है. सो बच्चे को मोटिवेशन नहीं है. मेरा कहने का मतलब है तुसी इंस्टीट्यूशन और बच्चा दोनों तो कंडीशन रखो, stringent conditions रखो, and then let us fight for the admission. ਨਹੀਂ ਇਹ ਹੁਣ ਐਗਜ਼ੈਕਟਲੀ ਇਹੀ ਕੁਝ ਹੋ ਰਿਹਾ ਨਾ. ਇਹ ਕੰਡੀਸ਼ਨ ਹੀ ਨੇ ਕਿ ਹੁਣ ਜਦੋਂ ਤੁਸੀਂ ਮਤਲਬ ਕੈਪ ਲਾ ਦਿੱਤੀ ਹੈ ਤੇ ਤੁਸੀਂ ਥੋੜਾ ਜਿਹਾ ਆ ਜਿਹੜੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਵਾਲੇ ਨੇ ਇਹਨਾਂ ਨੂੰ ਟਾਈਟ ਕਰ ਦਿੱਤਾ. ਰਾਈਟ. ਸੋ ਬੇਸਿਕਲੀ ਇਹਦੇ ਜਿਹੜੀਆਂ ਪ੍ਰੋਬਲਮਸ ਨੇ ਇਸੇ ਤਰ੍ਹਾਂ ਜਿਹੜਾ ਉਹ स्पाउजल खत्म करता है. लेकिन मेरा कहना है कि पब्लिक प्राइवेट पार्टनरशिप ने अगर बच्चा बुलाना है और PGW नहीं है ਉਹਦੇ ਕੋਲ ਤੇ ਫਿਰ व्हाट्स दी मोटिवेशन. मेरा कहना है मतलब है कि पब्लिक प्राइवेट पार्टनरशिप ਨੂੰ ਇੱਕ ਓਨਸ ਦੋ, put some conditions. If you score this, we will provide you this training. This is an additional certification. ਵੈਸੇ ਤੁਹਾਡੇ ਹਿਸਾਬ ਨਾਲ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਪਰਪਸ ਕੀ ਹੈ? ਮਤਲਬ ਕਿ ਉਹ ਕੀ ਪਰਪਸ ਸਰਵ ਕਰਦੀ ਹੈ? ਸਰ ਪਰਪਸ ਇਹ ਸਰਵ ਕਰਦੀ ਹੈ that it is holistic ਐਜੂਕੇਸ਼ਨ ਨੂੰ ਇਨਕਲੂਸਿਵ ਕਰ ਰਹੀ ਹੈ. ਸਰ ਜਿਹੜੇ ਬੱਚੇ ਨਹੀਂ ਜਾ ਰਹੇ ਪਬਲਿਕ ਕਾਲਜਸ ਔਰ ਟ੍ਰਿਪਲ ਬੀ ਜਾ ਰਹੇ ਨੇ, ਉਹ ਇਕੱਲੇ ਪ੍ਰਾਈਵੇਟ ਚਲ ਜਾਣ. ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦਾ ਕੀ ਪਰਪਸ ਹੈ? public private क्योंकि you have the authenticity because we are following their curriculum which is more genuine. Autonomy less है, we are completely dependent upon what they are following which is recognized by the government. Private college ਕੀ ਹੋ ਰਿਹਾ ਕਿਸੇ ਨੂੰ ਕੀ ਪਤਾ ਹੈ? there is no. ਨਹੀਂ, ਪ੍ਰਾਈਵੇਟ ਕਾਲਜਸ ਵੀ ਤਾਂ ਸੇਮ ਰੈਗੂਲੇਸ਼ਨਸ ਨੇ, ਉਹਨਾਂ ਦੀਆਂ ਰੈਗੂਲੇਸ਼ਨਸ ਵੀ ਟਾਈਟ ਕੀਤੀਆਂ ਜਾ ਸਕਦੀਆਂ. ਸਰ autonomy ਜ਼ਿਆਦਾ ਹੈ ਨਾ, ਇੱਧਰ autonomy ਨਹੀਂ ਹੈ. ਤੁਸੀਂ you are dependent upon public, you are replicating the same model. and you have the brand that you are a part of this setup. और ਉਹਦੇ ਨਾਲ ਬਹੁਤ ਫਰਕ ਪੈਂਦਾ ਹੈ. ਟ੍ਰਿਪਲ ਅਗਰ ਮੈਂ ਪ੍ਰਾਈਵੇਟ ਕਾਲਜ ਹੈਗਾ, there is no check and balance. ਪਬਲਿਕ ਕਾਲਜ I am under scrutiny from very first day ਕਿਉਂਕਿ ਪਬਲਿਕ ਕਾਲਜ ਦੀ ਰੈਪੂਟੇਸ਼ਨ ਹੈ ਜੋ ਉਹਨੇ ਲਿਵ ਅਪ ਕਰਨੀ ਹੈ. ਅੱਛਾ, ਕੀ ਫਿਰ ਪਬਲਿਕ ਕਾਲਜ ਇਨਫ ਨਹੀਂ ਹੈਗੇ ਜੇ ਜਿਨ੍ਹਾਂ ਨਾਲ ਕੰਮ ਚੱਲ ਸਕੇ? ਸਰ ਪ੍ਰੋਬਲਮ ਪਬਲਿਕ ਕਾਲਜਸ ਦੀ ਇਨਫ ਦੀ ਨਹੀਂ ਹੈ ਕਿਉਂਕਿ ਓਨਟਾਰੀਓ 'ਚ ਤੇ ਫੰਡਿੰਗ ਹੀ ਨਹੀਂ ਹੈ. ਤੇ ਜਾਂ ਤੇ ਪਬਲਿਕ ਕਾਲਜਸ ਜ਼ਿਆਦਾ ਖੋਲੋ, ਸਬਸਿਡਾਈਜ਼ ਕਰੋ. ਤੇ ਫਿਰ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਨਾਲ ਫੰਡਿੰਗ ਦੀ ਪ੍ਰੋਬਲਮ ਕਿਵੇਂ ਸੋਲਵ ਹੋਈ? ਸਟੂਡੈਂਟ ਜ਼ਿਆਦਾ ਬੁਲਾ ਕੇ ਇੰਟਰਨੈਸ਼ਨਲ ਸਟੂਡੈਂਟ ਤੇ ਚਾਹੀਦਾ ਹੀ ਨਹੀਂ ਨਾ ਸਰ, ਬੰਦਾ ਤੇ ਚਾਹੀਦਾ ਹੀ ਹੈ. ਐਟ ਦੀ ਐਂਡ ਆਫ ਦੀ ਡੇ ਇਟਸ ਅ ਕਮਰਸ਼ੀਅਲ ਬਿਜ਼ਨਸ. ਐਜੂਕੇਸ਼ਨ ਸੈਕਟਰ ਇਜ਼ ਅ ਕਮਰਸ਼ੀਅਲ, ਵੀ ਕੈਨ ਨਾਟ ਡਿਨਾਈ ਇਟ. ਸੋ ਹਾਊ ਵੁੱਡ ਅ ਬਿਜ਼ਨਸ ਰਨ ਜਦ ਤੁਹਾਡੇ ਕੋਲ ਬੰਦੇ ਹੈਗੇ ਨੇ? ਤੇ ਕਿਧਰ ਨਾ ਕਿਧਰ ਤੇ ਸਟੇਕ ਸਭ ਦਾ ਹੀ ਸੀ ਨਾ, ਇਕੋਨਮੀ ਦਾ ਵੀ ਇੰਟਰਸਟ ਸੀ ਇਹਦੇ 'ਚ. ਦੇ ਗੋਟ ਅ ਲੋਟ ਆਫ ਇਨਫਲੋ ਆਫ ਫੰਡਸ. ਨਾਓ ਵਾਟ ਆਈ ਐਮ ਸੇਇੰਗ ਇਜ਼ ਯੂ ਜਸਟ ਡੂ ਨਾਟ ਰਿਡਿਊਸ ਇਟ ਬਾਈ ਚੰਕਸ. ਇਹਦੇ 'ਚ ਤੁਹਾਡੀ ਗੱਲ 'ਚ ਕੋਈ ਸ਼ੱਕ ਨਹੀਂ ਕਿ ਸਾਰੇ ਚੱਕਰ 'ਚ ਇੱਕ ਵੈਸਟਡ ਇੰਟਰਸਟ ਵਾਲੀ ਲੌਬੀ ਕ੍ਰੀਏਟ ਹੋ ਗਈ 100%. ਹੁਣ ਜਿਨ੍ਹਾਂ ਦਾ ਕੰਮ LMIA ਵੇਚ ਕੇ ਚੱਲਦਾ, ਰਾਈਟ, ਕੰਮ ਤਾਂ ਉਹ ਵੀ ਰੁਕਣੇ ਨੇ. ਜਿਹੜੇ ਰੈਸਟੋਰੈਂਟ ਖੁੱਲ੍ਹੇ ਹੀ LMIA ਵੇਚਣ ਲਈ ਸੀ ਹੁਣ ਬੰਦ ਹੋਣਗੇ. ਹਾਂਜੀ ਬਿਲਕੁਲ ਹੋਣੇ ਚਾਹੀਦੇ ਨੇ. ਠੀਕ ਹੈ ਨਾ, ਹੁਣ ਰੌਲਾ ਤਾਂ ਉਹ ਵੀ ਪਾਉਣਗੇ ਸਾਡਾ ਬਿਜ਼ਨਸ ਬੰਦ ਹੋ ਗਿਆ. ਬਿਲਕੁਲ, ਪਰ ਹੁਣ ਦਾ ਉਹਨਾਂ ਦੇ ਬਿਜ਼ਨਸ ਦਾ ਮਾਡਲ ਹੀ ਗਲਤ ਸੀ. ਹਾਂ, ਲੇਕਿਨ ਸਰ ਐਜੂਕੇਸ਼ਨ ਸੈਕਟਰ ਦਾ ਮਾਡਲ ਗਲਤ ਨਹੀਂ ਹੈ ਨਾ. LMIA ਵੇਚਣਾ ਇਜ਼ ਇਲੀਗਲ ਕਿਉਂਕਿ ਤੁਸੀਂ ਕਿਸੇ ਦੀ ਪ੍ਰੋਬਲਮ ਦਾ ਅਨਡਿਊ ਐਡਵਾਂਟੇਜ ਲੈ ਰਹੇ ਹੋ. ਮੇਰਾ ਇਹੀ ਕਹਿਣਾ ਹੈ ਕਿ ਬੱਚੇ ਨੂੰ ਕਹੋ ਤੈਨੂੰ PGW ਓਕੇ, ਚਲੋ ਮੈਂ ਤੁਹਾਡੇ ਐਂਗਲ ਤੋਂ ਹੀ ਸਵਾਲ ਕਰਦਾ ਜੀ. ਜਿੰਨੀ ਇਹਨਾਂ ਕਾਲਜਸ ਦੀ ਫੀਸ ਹੈ ਜੀ, ਉਹਦੇ ਬਦਲੇ 'ਚ ਜੀ ਜੋ ਇਹ ਸਟੂਡੈਂਟਸ ਨੂੰ ਆਫਰ ਕਰ ਰਹੇ ਸੀ ਰਾਈਟ ਸਟੱਡੀ, ਰਾਈਟ, ਤੁਹਾਡੇ ਹਿਸਾਬ ਨਾਲ ਉਹ ਫੇਅਰ ਸੀ? ਸਰ ਮੇਰਾ ਆਨਸਰ may sound biased, but the institutions that I am part of, I am not part of all the 14, but I am part of reputable 3 or 4. And my answer is the cost benefit ratio is more. The kind of exposure that a student is getting in a triple P, the kind of effort that is being put in, the kind of interactions that, because understand one thing, jo instructors ne, we are not only from Asian origin or outside Canada. There are instructors who were born and brought up in Canada, and this is required to give the exposure to the student. Mind you, again, an important part of higher education is कि तुसी बच्चे नू कितना ready कर रहे हो for the corporate setup. And it is not only in books.
ਥਿਊਰੀ ਨਹੀਂ ਹੈ, ਪ੍ਰੈਕਟੀਕਲ ਹੈ। ਸੋ ਬੱਚੇ ਨੂੰ ਐਕਸਪੋਜ਼ਰ ਮਿਲ ਰਿਹਾ ਹੈ, ਬਟ ਇਟਸ ਅ ਟੂ ਵੇ ਪ੍ਰੋਸੈਸ। ਕਾਲਜ ਐਕਸਪੋਜ਼ਰ ਦੇ ਰਿਹਾ ਹੈ, ਬੱਚੇ ਨੂੰ ਵੀ ਐਕਸਪੋਜ਼ਰ ਲੈਣਾ ਪਏਗਾ। ਇਟ ਹੈਜ਼ ਟੂ ਬੀ ਐਨ ਓਪਨ ਵੈਸਲ। ਔਰ ਜਿਹੜੇ ਬੱਚੇ ਲੈ ਰਹੇ ਨੇ ਵਿਚ ਆਰ ਡੂਇੰਗ ਵੈਰੀ ਵੈਲ, ਫॉर every student that you tell me has gone on a wrong path, I can tell you 2 students who are going on the right path and contributing to the economy from the very first day. Now they are setting up their own ventures. ਉਹ venture ਕਰਨ ਦਾ ਆਈਡੀਆ ਕਿਧਰੋਂ ਆਇਆ? ਉਹ ਆਇਆ ਜਦ ਤੁਸੀਂ ਕਾਲਜ ਆਏ, ਰੈਪਿਊਟੇਬਲ ਪਬਲਿਕ ਪਾਰਟਨਰਸ਼ਿਪ 'ਚ ਆਏ, you met people who are already running their firms, ਜਿਨ੍ਹਾਂ ਨੇ ਤੁਹਾਡੇ ਨਾਲ brainstorming ਕੀਤੀ, and yes, so pros and cons are always there. ਤੇ ਹੁਣ ਬੰਦ ਹੋ ਜਾਣਗੇ ਸਾਰੇ ਕਾਲਜ? ਸਰ ਲੱਗ ਤੇ ਬਿਲਕੁਲ ਹੀ ਰਹੀ ਹੈ। ਦੈਟਸ ਦ ਰੀਜ਼ਨ ਮੈਂ ਤੁਹਾਡੇ ਸਾਹਮਣੇ ਮੈਂ ਇਸੇ ਕਰਕੇ ਕਹਿ ਰਿਹਾ ਕਿ ਇਹ ਬੰਦ ਹੋ ਰਹੇ ਨੇ, ਤੇ ਇਹਦਾ ਮਤਲਬ ਹੈ ਇਹਨਾਂ ਨੇ ਆਪਣਾ ਲੋਕਲ ਸਟੂਡੈਂਟ ਨੂੰ ਐਜੂਕੇਸ਼ਨ ਦੇਣ ਦਾ ਕੋਈ ਵੀ ਪਲਾਨ ਨਹੀਂ ਸੀ ਇਹਨਾਂ ਦਾ। ਇਹਨਾਂ ਨੇ 100% ਫੋਰਨ ਸਟੂਡੈਂਟ ਤੇ ਬੇਸਡ ਇਹ ਮਾਡਲ ਡਿਵੈਲਪ ਕੀਤਾ। ਸਰ ਲੋਕਲ ਸਟੂਡੈਂਟ ਨੂੰ ਓਪਨ ਇਨਵੀਟੇਸ਼ਨ ਸੀ, ਬਟ ਲੋਕਲ ਸਟੂਡੈਂਟ ਕਿਉਂ ਨਹੀਂ ਆ ਰਿਹਾ, ਦੈਟ ਇਜ਼ ਅ ਡਿਫਰੈਂਟ ਥਿੰਗ। ਉਹ ਕਿਉਂ ਨਹੀਂ? ਤੁਹਾਡਾ ਕੀ ਖਿਆਲ ਹੈ ਕਿਉਂ ਨਹੀਂ ਸੀ ਜਾ ਰਿਹਾ? ਸਰ ਬਹੁਤ ਸਾਰੇ ਰੀਜ਼ਨਸ ਨੇ। ਜਿਹੜਾ ਬੱਚਾ ਇੱਧਰ ਦਾ ਬੌਰਨ ਐਂਡ ਬ੍ਰੌਟ ਅਪ ਹੈ, ਆਈ ਥਿੰਕ ਅਗਰ ਉਹਨੂੰ ਸਰਵਾਈਵਲ ਜੌਬ ਚਾਹੀਦੀ ਹੈ ਤਾਂ ਉਹਨੂੰ ਹਾਇਰ ਐਜੂਕੇਸ਼ਨ ਦੀ ਜ਼ਰੂਰਤ ਹੀ ਨਹੀਂ ਹੈ। ਜਿਹਦੇ ਕੋਲ ਆਪਣਾ ਘਰ ਹੈਗਾ ਹੈ, ਤੁਸੀਂ ਦੇਖ ਲਓ ਕਿੱਧਰ ਵੀ ਕੰਮ ਕਰਕੇ ਆਈ ਕੈਨ ਡੂ ਅ ਸਬਸਿਸਟੈਂਸ ਜੌਬ ਐਂਡ ਆਈ ਐਮ ਲਿਵਿੰਗ ਹੈਪੀਲੀ। ਅੱਜ ਕੱਲ੍ਹ ਕਿੱਥੇ ਮਿਲਦੀ? ਅੱਜ ਕੱਲ੍ਹ ਸਮਰ ਜੌਬ ਨਹੀਂ ਮਿਲਦੀ ਸਟੂਡੈਂਟਸ ਨੂੰ। ਸਰ ਕਿਸ ਤਰ੍ਹਾਂ ਹੋ ਸਕਦਾ ਹੈ ਸਰ? ਫॉर एवरी ਦੈਟਸ ਵਾਟ ਆਈ ਐਮ ਸੇਇੰਗ ਯੂ। ਜਦ ਤੁਸੀਂ ਦੂਰੋਂ ਦੇਖ ਰਹੇ ਹੋ ਤੇ ਤੁਹਾਨੂੰ ਲੱਗ ਰਿਹਾ ਹੈ ਕਿ ਜੌਬ ਮਾਰਕੀਟ ਟਾਈਟ ਹੈ, ਲੇਕਿਨ ਜੌਬ ਮਾਰਕੀਟ 'ਚ ਵੇਜ ਰੇਟ ਦਾ ਨੈਗੋਸ਼ੀਏਸ਼ਨ ਹੋ ਰਿਹਾ ਹੈ। ਕੋਈ ਇੰਪਲੋਇਰ ਕਹਿੰਦਾ ਮੈਂ ਤੈਨੂੰ 15 ਨਹੀਂ ਦਾਂਗਾ, 12 ਦਾਂਗਾ, ਕਰੇਗਾ ਕੰਮ? ਹਾਂ ਕਰਾਂਗਾ। ਦਿਸ ਇਜ਼ ਵਾਟ ਹੈਪਨਸ ਐਵਰੀਵੇਅਰ। ਹੁਣ ਇਸ ਤਰ੍ਹਾਂ ਤੋਂ ਜਿਹੜੇ ਮੇਰੇ ਵਰਗੇ ਕੁਆਲੀਫਾਈਡ ਲੋਕ ਨੇ ਐਂਡ ਪੀਪਲ ਹੂ ਆਰ ਮੋਰ ਕੁਆਲੀਫਾਈਡ ਦੈਨ ਮੀ, ਕਿਸੇ ਨਾ ਕਿਸੇ ਜਗ੍ਹਾ ਤੇ ਉਹਨੂੰ ਵੀ ਜੌਬ ਨਹੀਂ ਮਿਲ ਰਹੀ। ਬਿਲਕੁਲ। So we cannot have a bird's eye view. We have to come in the. I would want Mr. Miller, Dunlop, Mrs. Dunlop to come in and talk to these colleges. At least have an open house. If Mr. Trudeau can come and address the people who were the students who were being deported, why can't he call a congregation? ਮਿਸਟਰ ਆਪਣੇ ਸਾਡੀ ਓਨਟਾਰੀਓ ਗਵਰਨਮੈਂਟ ਹੈ, ਉਹਦੀਆਂ ਗਲਤੀਆਂ ਕਰਕੇ ਖੁੱਲੇ ਸੀ ਕਾਲਜ, ਨਹੀਂ ਤੇ ਖੁੱਲਣੇ ਨਹੀਂ ਚਾਹੀਦੇ। ਸਰ ਗਲਤੀ ਕਰਨਾ ਗਲਤ ਨਹੀਂ ਹੈ, ਗਲਤੀ ਦੀ ਸਜ਼ਾ ਇੰਨੀ ਵੱਡੀ ਦੇਣਾ ਬਹੁਤ ਵੱਡਾ ਗਲਤ ਹੈ। ਕਿਉਂਕਿ ਅਗੇਨ ਦਿਸ ਇਜ਼ ਅ ਕੰਟਰੀ, ਇਹ ਇੱਕ ਹਾਊਸ ਹੋਲਡ ਨਹੀਂ ਹੈ ਜਿੱਧਰ ਤੁਸੀਂ ਗੁੱਸਾ ਦਿਖਾ ਕੇ ਚੁੱਪ ਕਰਾ ਲੋਗੇ। ਦਿਸ ਇਜ਼ ਅ ਕੰਟਰੀ ਐਂਡ ਕੰਟਰੀ ਰਨਸ ਔਨ ਰਿਫਾਰਮਸ ਐਂਡ ਵੀ ਆਰ ਅ ਪਾਰਟ ਆਫ G7. We are a developed economy. Developed economy 'ਚ autocratic decisions ਨਹੀਂ ਲੇਤੇ ਜਾਂਦੇ। ਰਿਫਾਰਮ ਕਰੋ। ਮੈਂ ਫਿਰ ਕਹਾਂਗਾ and I'll repeat and I'll request all the listeners, ਮੈਂ ਇਹ ਨਹੀਂ ਕਹਿ ਰਿਹਾ ਜਾਂ ਮੇਰੇ ਵਰਗੇ ਲੋਕ ਇਹ ਨਹੀਂ ਕਹਿ ਰਹੇ ਕਿ ਇਹ ਡਿਸੀਜਨ ਗਲਤ ਹੈ। What we are requesting is there a scope of improvement in this decision? And if yes, let's try to implement it. Let us give ਜਿਹੜੇ ਤੁਹਾਡੇ ਵਰਗੇ ਕਾਬਲ ਲੋਕ ਨੇ ਉਹਨਾਂ ਨੂੰ ਪਬਲਿਕ ਕਾਲਜਾਂ 'ਚ ਐਡਜਸਟ ਕਰਨਾ ਚਾਹੀਦਾ। ਲੇਕਿਨ ਉਹ ਨਹੀਂ ਹੋਏਗਾ ਨਾ ਸਰ। ਪਬਲਿਕ ਕਾਲਜ ਕਿਸ ਤਰ੍ਹਾਂ? ਅਗਰ ਇੱਕ ਕਾਲਜ ਆਲਰੇਡੀ ਸੈਚੂਰੇਸ਼ਨ ਆਪਟੀਮਮ ਨੰਬਰ ਤੇ ਚੱਲ ਰਿਹਾ ਹੈ, ਸੋ ਵਾਈ ਵੁੱਡ ਦੇ ਵਾਂਟ ਟੂ ਹਾਇਰ ਮੀ? ਕਿਉਂਕਿ ਕਪੈਸਿਟੀ ਤੇ ਵਧੀ ਨਹੀਂ ਨਾ, ਐਡਮਿਸ਼ਨਸ ਹੋਰ ਘੱਟ ਹੋ ਗਏ। ਆਈ ਐਮ ਥਿੰਕਿੰਗ ਜਿਹੜੇ ਬਾਕੀ ਪ੍ਰਾਈਵੇਟ ਕਾਲਜ ਨੇ ਜਿਹੜੇ ਲੋਕਲ ਸਟੂਡੈਂਟਸ ਨੂੰ ਜ਼ਿਆਦਾਤਰ ਸਰਵ ਕਰਦੇ ਨੇ, ਰਾਈਟ, ਉਹਨਾਂ 'ਚ ਵੀ ਤਾਂ ਅਕਮੋਡੇਟ ਹੋ ਸਕਦੇ ਨੇ, ਐਡਜਸਟ ਹੋ ਸਕਦੇ ਨੇ ਬਹੁਤ ਸਾਰੇ ਤੁਹਾਡੇ ਵਰਗੇ ਇੰਸਟਰਕਟਰ। ਸਰ ਫਿਰ ਦੇਖਣਾ ਪਏਗਾ, ਇਹ ਤੇ ਬਾਤ ਦੀ ਗੱਲ ਹੈ। ਬਟ ਮੇਰਾ ਆਰਗੂਮੈਂਟ ਇਹ ਹੈ ਕਿ ਤੁਸੀਂ ਕਿਸੇ ਵੀ ਅਰੇਂਜਮੈਂਟ ਨੂੰ ਇੱਕਦਮ ਕੋਲੈਪਸ ਨਹੀਂ ਕਰ ਸਕਦੇ। ਗਿਵ ਇਟ ਸਮ ਟਾਈਮ। ਦੇਖੋ ਇਹਦਾ ਮੇਰੀ ਜੌਬ ਹੈਗੀ ਸਵਾਲ ਕਰਨਾ। ਹਾਂ ਨਹੀਂ, ਤੁਸੀਂ ਬਿਲਕੁਲ ਠੀਕ ਕਰ ਰਹੇ ਹੋ। ਮੈਂ ਤੁਹਾਨੂੰ ਸਵਾਲ ਕੀਤੇ, ਪਰ ਮੈਂ ਤੁਹਾਨੂੰ ਜ਼ਰੂਰ ਇਸ ਗੱਲ ਨੂੰ ਦਾਦ ਦੇਣੀ ਚਾਹਾਂਗਾ ਕਿ ਤੁਸੀਂ ਆਪਣੇ ਪੂਰੇ ਕੌਨਫੀਡੈਂਸ ਨਾਲ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹੋ। ਥੈਂਕ ਯੂ ਸਰ। ਔਰ ਇਸ ਗੱਲ ਲਈ ਮੈਂ ਅਪਰੀਸ਼ੀਏਟ ਕਰਦਾ। ਥੈਂਕ ਯੂ ਸਰ। ਤੇ ਔਰ ਸਾਡਾ ਇਹ ਫਰਜ਼ ਹੈ ਕਿ ਹਰ ਤਰ੍ਹਾਂ ਦਾ ਜਿਹੜਾ ਵਿਊ ਪੁਆਇੰਟ ਹੈ ਬਿਲਕੁਲ ਉਹ ਜਾਣਾ ਚਾਹੀਦਾ। ਬਿਲਕੁਲ। ਤੇ ਇਸ ਕਰਕੇ ਅਸੀਂ ਤੁਹਾਨੂੰ ਬੁਲਾਇਆ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਫॉर द टाइम ਸਰ। ਥੈਂਕ ਯੂ ਸੋ ਵੈਰੀ ਮਚ।